फरीदा फरीदा मन में फरीदा मन में दान कर टोए टिके ला में दान कर मन में दान कर फरीदा फरीदा मन में दान कर मन में दान कर मन में दान कर टोए टिके ला टोए टिके ला टोए में दान कर मन में दान कर टोए टिके ला टोए टिके ला मन में दान कर फरीदा मन में दान कर अक्के मूना आपसी अक्के मूना आपसी दोज़ख संदीपा अक्के मूना आपसी दोज़ख संदीपा मन में दान कर फरीदा मन में दान कर मन में दान कर
टोए टिप्पे ला टोए टिप्पे ला मन मैदान कर फरीदा मन मैदान कर टोए टिप्पे ला आवसी अक्के मूलना आवसी दोज़ख संदीपा अक्के मूलना आवसी संदीपा मन मैदान कर फरीदा मन मैदान फरीदा गर्भ जिना वटिया तन जो बन अगा जिना वटिया तन जो बन अगा
खाली चले तड़ी स्यों टिब्बे जो मियां खाली चले तड़ी स्यों चले तड़ी स्यों खाली चले तड़ी स्यों टिब्बे जो मियां टिब्बे जो मियां मन मैदान कर फरीदा मन मैदान पर टोए टिब्बे मन मैदान पर फरीदा मन मैदान पर टोए टिब्बे अब ना आपसी दोज़ख संदी अब ना आपसी दोज़ख संदी खाली चले तड़ी खाली चले तड़ी टिब्बे जो मियां टिब्बे जो मियां मन मैदान
संदीपा अग्गे भूल ना आपसी दोस्त संदीपा मन मैदान कर फरीदा मन मैदान कर मन मैदान कर मन मैदान कर मन मैदान कर सुखी बसे मस्किनिया सुखी बसे मस्किनिया आप निवार तले सुखी बसे मस्किनिया आप निवार तले बड़े बड़े अहंकारिया बड़े बड़े अहंकारिया नानक गर्भ गले बड़े बड़े अहंकारिया नानक गर्भ गले सुखी बसे मस्किनिया सुखी बसे मस्किनिया आप निवार तले बड़े बड़े अहंकारिया नानक गर्भ तले बड़े बड़े अहंकारिया नानक गर्भ तले सुखी बसे मस्किनिया सुखी बसे सुखी बसे सुखी बसे मस्किनिया सुखी बसे मस्किनिया सुखी बसे मस्किनिया आप निवार तले आप निवार तले बड़े बड़े अहंकारिया बड़े बड़े अहंकारिया नानक गर्भ गले नानक गर्भ गले मन मैदान कर फरीदा मन मैदान कर तोए टिप्पे ला तोए टिप्पे ला अग्गे भूलना आपसी अग्गे आपसी दोज़ख संदीपा संदीपा मन मैदान कर फरीदा मन मैदान कर मन मैदान कर मन मैदान कर फरीदा
ਪਿਆਰੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦੀ ਬਾਣੀ ਹੈ। ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਅਤੇ ਹੋਰ ਗੁਰੂ ਪਾਤਸ਼ਾਹ ਦੇ ਸ਼ਬਦ ਹਨ, ਉਹਨਾਂ ਨਾਲ ਜਦੋਂ ਭਗਤਾਂ ਕੀ ਬਾਣੀ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਦੇ ਸ਼ਬਦ ਨਾਲ ਲੱਗੇ ਹੁੰਦੇ ਨੇ। ਇਸ ਤੋਂ ਇਲਾਵਾ ਕਬੀਰ ਸਾਹਿਬ ਦੇ ਲੜੀਵਾਰ ਕਰੀਬਨ 242-43 ਸ਼ਲੋਕ ਆਖੀਰ ਵਿੱਚ ਇੱਕ ਸਿਰਲੇਖ ਹੇਠਾਂ ਲਿਖੇ ਹੋਏ ਨੇ, ਸ਼ਲੋਕ ਕਬੀਰ ਜੀ ਕੇ। ਬਾਣੀ ਦੀ ਬਣਤਰ ਕਿ ਕਬੀਰ ਜੀ ਦੇ ਸ਼ਬਦਾਂ ਤੋਂ ਇਲਾਵਾ ਉਹਨਾਂ ਦੇ ਆਖੀਰ ਵਿੱਚ ਲੜੀਵਾਰ ਸ਼ਲੋਕ ਲਿਖੇ ਨੇ। ਉਹਨਾਂ ਲੜੀਵਾਰ ਸ਼ਲੋਕਾਂ ਵਿੱਚ ਕੁਝ ਸ਼ਲੋਕ ਗੁਰੂ ਸਾਹਿਬ ਦੇ ਵੀ ਹਨ। ਇੰਜ ਗੁਰੂ ਗ੍ਰੰਥ ਸਾਹਿਬ ਵਿੱਚ ਫਰੀਦ ਜੀ ਦੇ ਵੀ ਕੁਝ ਸ਼ਬਦ ਹਨ ਅਤੇ ਆਖੀਰ ਵਿੱਚ ਫਰੀਦ ਜੀ ਦੇ ਸ਼ਲੋਕਾਂ ਦਾ ਵੀ ਸਿਰਲੇਖ ਹੈ, ਸ਼ਲੋਕ ਫਰੀਦ ਜੀ ਕੇ, ਸ਼ਲੋਕ ਸ਼ੇਖ ਫਰੀਦ ਜੀ ਕੇ। ਕਰੀਬਨ 130 ਸ਼ਲੋਕ ਹਨ। ਉਹਨਾਂ ਵਿੱਚ ਵੀ ਗੁਰੂ ਪਾਤਸ਼ਾਹ ਦੇ ਸ਼ਲੋਕ ਨਾਲ ਦਰਜ ਹਨ। ਕਈ ਸੱਜਣ ਇਹ ਕਹਿੰਦੇ ਹਨ ਕਿ ਫਰੀਦ ਜੀ ਨੂੰ ਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਹੈ। ਜਿਸ ਨੂੰ ਜਵਾਬ ਦੀ ਲੋੜ ਹੋਵੇ ਉਹ ਅਧੂਰਾ ਹੁੰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਅਧੂਰੇ ਦੀ ਬਾਣੀ ਹੈ ਨਹੀਂ ਹੈ। ਜੇ ਫਰੀਦ ਜੀ ਦੇ, ਕਬੀਰ ਜੀ ਦੇ ਸ਼ਬਦ ਅਤੇ ਉਹਨਾਂ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ ਨੇ ਆਪਣੀ ਗੱਲ ਪੂਰਨ ਕੀਤੀ ਹੈ, ਪਰ ਉਸ ਰਮਜ਼ ਨੂੰ ਹੋਰ ਖੋਲ੍ਹ ਕੇ ਸਮਝਣ ਵਾਸਤੇ ਗੁਰੂ ਪਾਤਸ਼ਾਹ ਦਾ ਸ਼ਲੋਕ ਉੱਥੇ ਲਗਾਇਆ ਗਿਆ ਤਾਂ ਕਿ ਪੜ੍ਹਨ ਵਾਲੇ ਨੂੰ, ਸਮਝਣ ਵਾਲੇ ਨੂੰ ਉਹਨਾਂ ਦੀ ਗੱਲ ਹੋਰ ਖੁੱਲ੍ਹ ਕੇ ਸਮਝ ਆ ਸਕੇ। ਸੋ ਉਹਨਾਂ ਦੀ ਗੱਲ ਕਿੱਥੋਂ ਵੀ ਅਧੂਰੀ ਨਹੀਂ ਹੈ। ਅੱਜ ਜਿਹੜੇ ਅਸੀਂ ਸ਼ਲੋਕ ਪੜ੍ਹੇ, ਫਰੀਦਾ ਮਨ ਮੈਦਾਨ ਕਰ, ਇਹ ਉਸ ਲੜੀ ਵਿੱਚ 74 ਨੰਬਰ ਸ਼ਲੋਕ ਹੈ। ਗੁਰੂ ਗ੍ਰੰਥ ਸਾਹਿਬ ਦੇ 1381 ਅੰਕ ਤੇ ਸ਼ਲੋਕ ਸੁਸ਼ੋਭਿਤ ਹੈ। 1381 ਤੋਂ ਇਲਾਵਾ 1383 ਅੰਕ ਤੇ ਵੀ ਅਸੀਂ ਇੱਕ ਸ਼ਲੋਕ ਪੜ੍ਹਿਆ ਜੋ ਫਰੀਦ ਜੀ ਦੇ ਸ਼ਲੋਕਾਂ ਦੀ ਲੜੀ ਵਿੱਚ ਮਹਿਲਾ ਪੰਜਵਾਂ ਨਾਲ ਲਿਖ ਕੇ, ਫਰੀਦ ਜੀ ਨੂੰ ਨਾਲ ਲਿਖ ਕੇ ਗੁਰੂ ਅਰਜਨ ਪਾਤਸ਼ਾਹ ਦਾ ਸ਼ਲੋਕ ਉੱਥੇ ਦਰਜ ਕੀਤਾ ਗਿਆ। ਸਿਰਫ 2 ਲਾਈਨਾਂ ਦਾ ਸ਼ਲੋਕ ਅਸੀਂ ਬਾਰ-ਬਾਰ ਗਾਇਨ ਕੀਤਾ, ਬਾਰ-ਬਾਰ, ਅਤੇ ਫਿਰ ਉਸ ਨੂੰ ਹੋਰ ਬਾਰ-ਬਾਰ ਰਿਪੀਟ ਕੀਤਾ। ਇੱਕ ਪੰਕਤੀ ਨੂੰ ਬਾਰ-ਬਾਰ ਰਿਪੀਟ ਕਰਕੇ ਜਦੋਂ ਪੜ੍ਹਦੇ ਹਾਂ, ਇਹ ਆਦਤ ਤੇ ਸਾਨੂੰ ਨਿਤਨੇਮ ਤੋਂ ਹੀ ਪੈ ਜਾਂਦੀ ਹੈ ਕਿ ਅਸੀਂ ਨਿਤਨੇਮ ਰੋਜ਼ ਹੀ ਕਰਦੇ ਹਾਂ ਤਾਂ ਕਿ ਗੱਲ ਮੈਨੂੰ ਚੰਗੀ ਤਰ੍ਹਾਂ ਦ੍ਰਿੜ ਹੋ ਜਾਏ। ਨਿਤਨੇਮ ਤੋਂ ਇਲਾਵਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਪਰ ਫਿਰ ਵੀ ਅਸੀਂ ਨਿਤਨੇਮ ਦੇ ਨਾਲ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਬਹੁਤ ਮੁਸ਼ਕਲ ਹੈ। ਉਹ ਜੀ ਇਹ ਬਾਣੀ ਅਗਾਧ ਬੋਧ ਹੈ। ਇਹ ਗੁਰੂ ਪਾਤਸ਼ਾਹ ਜੀ ਦੀ ਗੁਰੂ ਪਾਤਸ਼ਾਹ ਜਾਣਨ, ਇੰਝ ਕਹਿ ਕੇ ਅਸੀਂ ਵਿਚਾਰ ਨੂੰ ਛਿੱਕੇ ਟੰਗਿਆ ਹੋਇਆ ਹੈ। ਤੁਹਾਡੀ ਬਾਣੀ ਸਮਝ ਨਹੀਂ ਆਉਂਦੀ, ਇਸ ਕਰਕੇ ਮੈਂ ਗੁਰਦੁਆਰੇ ਇਸ ਦਾ ਬੜੇ ਸਤਿਕਾਰ ਨਾਲ ਪ੍ਰਕਾਸ਼ ਕਰਾਂਗਾ ਅਤੇ ਸੁਖ ਆਸਨ ਕਰਾਂਗਾ, ਅਤੇ ਸਮਝ ਨਹੀਂ ਆਉਂਦੀ ਇਸ ਕਰਕੇ ਆਪਣੇ ਘਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬੜੇ ਸਤਿਕਾਰ ਨਾਲ ਕਰਾਂਗਾ।
ਸੁਖ ਆਸਨ ਵੀ ਬੜੇ ਸਤਿਕਾਰ ਨਾਲ ਕਰਾਂਗਾ। ਜੇ ਫਿਰ ਵੀ ਮੈਨੂੰ ਸਮਝ ਨਹੀਂ ਆਉਂਦੀ ਤੇ ਫਿਰ ਵੀ ਮੈਂ ਨਹੀਂ ਸਮਝਣਾ, ਫਿਰ ਮੈਂ ਇਹਨੂੰ ਇੱਕ ਟਰੱਕ ਨੂੰ ਸਜਾ ਕੇ ਉਹਦੇ ਤੇ ਰੱਖ ਕੇ ਗਲੀਆਂ ਸੜਕਾਂ ਤੇ ਫਿਰਾਂਗਾ, ਕਿਉਂਕਿ ਮੈਂ ਸਮਝਣਾ ਹੈ ਹੀ ਨਹੀਂ। ਜਦੋਂ ਮੈਂ ਸੜਕਾਂ ਤੇ ਫਿਰਾਂਗਾ, ਉਹਦਾ ਨਾਂ ਪਹਿਲਾਂ ਮੈਂ ਜਲੂਸ ਰੱਖਿਆ ਹੋਇਆ ਸੀ, ਫਿਰ ਮੈਨੂੰ ਥੋੜ੍ਹੀ ਹੋਰ ਸਮਝ ਆ ਗਈ, ਫਿਰ ਮੈਂ ਉਹਦਾ ਨਾਂ ਰਿਫਾਈਨਡ ਰੱਖ ਲਿਆ, ਨਗਰ ਕੀਰਤਨ। ਸਮਝਾਂਗਾ ਨਹੀਂ, ਫਿਰ ਕਵਾਂਗਾ ਇਹ ਅਗਾਧ ਬੋਧ ਹੈ। ਅਗਾਧ ਬੋਧ ਕਹਿ ਕੇ ਸੰਗਤਾਂ ਭੰਬਲ ਭੂਸੇ 'ਚ ਪੈ ਜਾਣਗੀਆਂ। ਫਿਰ ਕੁਝ ਹੋਰ ਬੰਦੇ ਆਣਗੇ। ਕਿਹੜੇ ਬੰਦੇ ਆਣਗੇ? ਮੈਨੂੰ ਇੱਕ ਕਹਾਣੀ ਯਾਦ ਆ ਗਈ। ਦੋ ਭਰਾ ਬੜੇ ਗਰੀਬ, ਕਹਿੰਦੇ ਕਮਾਈਆਂ ਕਿਸ ਤਰ੍ਹਾਂ ਕਰੀਏ। ਛੋਟਾ ਭਰਾ ਵੱਡੇ ਭਰਾ ਨਾਲ ਮਿਲ ਕੇ ਭਾਈਵਾਲੀ ਕਰਦਾ ਹੈ ਔਰ 5 ਵਜੇ ਛੋਟਾ ਭਰਾ ਹਨੇਰੇ ਵਿੱਚ ਲੋਕਾਂ ਦੀ ਬਾਰੀਆਂ ਤੇ ਸ਼ੀਸ਼ਿਆਂ ਤੇ ਲੁੱਕ ਸੁੱਟਦਾ ਜਾਂਦਾ ਹੈ। ਲੁੱਕ ਸੁੱਟੀ ਜਾਓ, ਲੋਕਾਂ ਦੇ ਸ਼ੀਸ਼ੇ ਦਰਵਾਜ਼ੇ ਖਰਾਬ ਹੋ ਜਾਣਗੇ। ਹੁਣ ਇਹ ਲੋਕੀ ਸੁੱਤੇ ਹੋਏ ਨੇ, ਹਨੇਰਾ ਹੈ, ਕੌਣ ਸੁੱਟ ਗਿਆ ਪਤਾ ਨਹੀਂ। ਫਿਰ ਭਾਈਵਾਲੀ ਹੈ, ਉਹ ਘਰ ਜਾ ਕੇ ਸੌਂ ਜਾਂਦਾ ਹੈ। ਫਿਰ ਦੂਜਾ ਭਰਾ 7 ਵਜੇ ਉੱਠ ਕੇ ਆਉਂਦਾ, ਸ਼ੀਸ਼ੇ ਸਾਫ਼ ਕਰਾ ਲਓ। ਭਾਈਵਾਲੀ ਹੈ। ਜਦੋਂ ਸ਼ੀਸ਼ੇ ਸਾਫ਼ ਕਰਾਏ ਜਾਂਦੇ ਨੇ, ਜਦੋਂ ਲੁੱਕ ਸੁੱਟੀ ਸੀ ਪੈਸਾ ਕੋਈ ਨਹੀਂ ਮਿਲਿਆ। ਜਦੋਂ ਸ਼ੀਸ਼ੇ ਸਾਫ਼ ਕਰਾਏ ਗਏ ਤਾਂ ਜਿਹੜਾ ਪੈਸਾ ਮਿਲਿਆ ਦੋਵਾਂ ਭਰਾਵਾਂ ਨੇ ਵੰਡ ਲਿਆ। ਇਸ ਤਰ੍ਹਾਂ ਸਾਨੂੰ ਜੇ ਇਹ ਕਿਹਾ ਜਾਏ ਅਗਾਧ ਬੋਧ ਹੈ, ਫਿਰ ਉਹ ਦੂਜੇ ਵੱਡੇ ਵਾਲੇ ਭਰਾ ਜੀ ਆਣਗੇ, ਉਹ ਆ ਕੇ ਕਹਿਣਗੇ 108 ਵਾਰੀ ਕੋਈ ਰਿਟਰਨ ਕਰ ਲਿਆ ਕਰੋ, ਤੁਹਾਡੀ ਲੁੱਕ ਦੇ ਸ਼ੀਸ਼ੇ ਸਾਫ਼ ਕਰ ਦਿੰਦੇ ਆ। ਲੋ, ਅਗਾਧ ਬੋਧ ਹੈ ਨਾ। ਮਾਲਾ ਫੇਰ ਲਿਆ ਕਰੋ, 101 ਅਖੰਡ ਪਾਠ ਰੱਖ ਲਿਆ ਕਰੋ। ਅਗਾਧ ਬੋਧ ਸਮਝ ਨਾ ਲੈਣਾ। ਤੇ ਇਸ ਤਰ੍ਹਾਂ ਜੇ ਹੋਰ ਨਾ ਸਮਝ ਆਏ ਨਾ ਤਾਂ ਨਾਰੀਅਲ ਲੈ ਆਣਾ। ਹੋਰ ਵੀ ਨਾ ਸਮਝ ਆਏ, ਘੜਾ ਲੈ ਆਣਾ। ਘੜਾ ਰੱਖ ਕੇ ਉਹਦੇ ਤੇ ਨਾਰੀਅਲ ਰੱਖ ਲੈਣਾ, ਪਰ ਫਿਰ ਵੀ ਸਮਝਣਾ ਨਾ। ਨਾਰੀਅਲ ਭਾਵੇਂ ਤੋੜ ਕੇ ਖਾ ਲੈਣਾ, ਪਰ ਆਪਣੇ ਕਪਾਟ ਬਿਲਕੁਲ ਨਾ ਤੋੜਨਾ, ਨਾ ਖੋਲਣਾ। ਖੋਲ ਕਪਟ ਗੁਰ ਮੇਲਿਆ ਬਿਲਕੁਲ ਨਾ ਕਰਨਾ। ਸਾਧ ਸੰਗਤ, ਅਸੀਂ ਇਸ ਤਰ੍ਹਾਂ ਅਣਗੌਲਿਆਂ ਹੀ, ਅਣਭੋਲ ਹੀ ਜਾਂ ਜਾਣ ਬੁੱਝ ਕੇ ਮੱਕਰੀ ਮਾਰ ਕੇ ਮਚਲੇ ਜੇ ਹੋ ਕੇ ਜਾਣ ਕੇ ਕਹੀ ਜਾ ਰਹੇ ਅਗਾਧ ਬੋਧ ਹੈ, ਅਗਾਧ ਬੋਧ ਹੈ, ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ। ਫਿਰ ਨਾਲ ਹੀ ਕਹਿੰਦੇ ਆ ਅਸਾਂ ਕਿਹੜੀ ਸਮਝਣੀ ਹੈ, ਅਸਾਂ ਕਿਹੜਾ ਸੰਗਤਾਂ ਨੂੰ ਸੁਣਾਣੀ ਹੈ, ਅਸਾਂ ਤੇ ਗੁਰੂ ਪਾਤਸ਼ਾਹ ਨੂੰ ਖੁਸ਼ ਕਰਨਾ ਹੈ। ਅਸਾਂ ਤੇ ਗੁਰੂ ਪਾਤਸ਼ਾਹ ਨੂੰ ਹੀ ਤੇ ਸੁਣਾਣੀ ਹੈ। ਉਹ ਗੁਰੂ ਪਾਤਸ਼ਾਹ ਹੰਕਾਰ ਨਾ ਕਰ ਲੈਣਾ, ਗੁਰੂ ਪਾਤਸ਼ਾਹ ਗੁੱਸਾ ਮਨ ਨਾ ਹੰਡਾਏ, ਗੁਰੂ ਪਾਤਸ਼ਾਹ ਕਾਮ ਕ੍ਰੋਧ ਹੰਕਾਰ ਆਪਣਾ ਦੂਰ ਕਰੋ, ਤੁਹਾਡੀ ਬਾਣੀ ਤੁਹਾਨੂੰ ਉਲਟੇ ਬਾਸ ਬਰੇਲੀ ਕੋ। ਅਸਾਂ ਤੇ ਗੁਰੂ ਸਾਹਿਬ ਨੂੰ ਸੁਣਾਣੀ ਹੈ। ਤੇ ਪ੍ਰਬੰਧਕ ਅਨਾਉਂਸ ਕਰਦੇ ਨੇ, ਸਾਧ ਸੰਗਤ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਮੈਂ ਗੁਰੂ ਦੀ ਗੱਲ ਗੁਰੂ ਨੂੰ ਸੁਣਾ ਦਿਆਂ ਵਾਪਸ, ਔਰ ਸੁਣ ਕੇ ਗੁਰੂ ਖੁਸ਼ ਹੋ ਗਿਆ, ਖੁਸ਼ੀਆਂ ਪ੍ਰਾਪਤ ਮੈਨੂੰ ਹੋ ਗਈਆਂ ਔਰ ਮੈਂ ਘਰ ਚਲਾ ਗਿਆ, ਮੇਰਾ ਹੰਕਾਰ ਕੋਈ ਨਾ ਗਿਆ। ਸਾਧ ਸੰਗਤ, ਅੱਜ ਅਸੀਂ ਸਿਰਫ 2 ਸ਼ਲੋਕ ਗਾਏ ਨੇ, ਬਾਰ-ਬਾਰ ਗਾਏ ਨੇ। ਮੈਨੂੰ ਪੂਰੀ ਉਮੀਦ ਹੈ, ਕੌਨਫੀਡੈਂਸ ਹੈ ਕਿ 99.9% ਲੋਕਾਂ ਨੂੰ ਨਹੀਂ, 100% ਲੋਕਾਂ ਨੂੰ ਇਹਦਾ ਭਾਵ ਅਰਥ ਸਮਝ ਆ ਗਿਆ ਹੋਣਾ। ਸਿਆਣੇ ਇਹ ਵੀ ਕਹਿੰਦੇ ਨੇ, ਜਿਹੜੇ ਪੇਂਡੂ ਲੋਕੀ ਹੋਣ, ਜਿਹੜੇ ਅਨਪੜ੍ਹ ਹੋਣ, ਜਿਹੜੇ ਗ੍ਰਾਂ 'ਚ ਰਹਿੰਦੇ ਹੋਣ, ਜਿਹੜੇ ਪਿੰਡਾਂ 'ਚ ਰਹਿੰਦੇ ਹੋਣ, ਉਹਨਾਂ ਨੂੰ ਕੋਈ ਕਹਾਣੀਆਂ ਸੁਣਾ ਕੇ ਉੱਚੀਆਂ ਕਰਨਾ ਪੈਂਦਾ ਨਾ। ਗੁਰੂ ਪਾਤਸ਼ਾਹ ਜੀ, ਤੁਸੀਂ ਤੇ ਧੰਨੇ ਨਾਲ ਵੀ ਬਾਣੀ ਦੀ ਗੱਲ ਕਰਦੇ ਹੋ।
ਤੁਸੀਂ ਕਬੀਰ ਦੀ ਵੀ ਬਾਣੀ ਦੀ ਗੱਲ ਕਰਦੇ ਹੋ। ਉਹ ਕਿਸੇ ਯੂਨੀਵਰਸਿਟੀ ਨਹੀਂ ਗਏ, ਉਹ ਕੋਈ ਪੜ੍ਹੇ ਨਹੀਂ ਸਨ, ਉਹਨਾਂ ਦਾ ਨਹੀਂ ਪਤਾ ਪਿੰਡ ਸ਼ਹਿਰ ਰਹਿੰਦੇ ਸੀ ਜਾਂ ਪਿੰਡ ਵਿੱਚ ਰਹਿੰਦੇ ਸੀ, ਗ੍ਰਾਂ 'ਚ ਰਹਿੰਦੇ ਸਨ। ਸਾਧ ਸੰਗਤ ਜੀ, ਇਹ ਸਾਨੂੰ ਭੁਲੇਖਾ ਹੈ ਕਿ ਬਾਣੀ ਲੋਕਾਂ ਨੂੰ ਸਮਝ ਨਹੀਂ ਆਉਂਦੀ। ਜੋ ਸਮਝਣਾ ਚਾਹੇ ਬੜੇ ਆਰਾਮ ਨਾਲ ਸਮਝ ਸਕਦਾ ਹੈ। ਅੱਜ ਦੇ ਸ਼ਲੋਕ ਨੂੰ ਬਹੁਤ ਆਰਾਮ ਨਾਲ ਸਮਝੀਏ। ਹੁਣ ਗਾਇਆ ਸੀ ਬੜੇ ਆਰਾਮ ਦੇ ਨਾਲ, ਸਮਝ ਆ ਗਿਆ ਹੋਣਾ। ਫਰੀਦਾ ਮਨ ਮੈਦਾਨ ਕਰ, ਮੈਦਾਨ ਪਲੇਨ, ਇਸ ਤਰ੍ਹਾਂ ਲੈਂਡਸਕੇਪਿੰਗ ਕਰ, ਇੰਜ ਗਰਾਊਂਡ ਬਣਾ। ਕਿਉਂ? ਉਬੜ ਖਾਬੜ, ਉੱਚਾ ਨੀਵਾਂ ਹੈ ਤੇਰਾ ਮਨ। ਤੈਨੂੰ ਬਾਹਰਲੀ ਜ਼ਮੀਨ ਠੀਕ ਕਰਨੀ ਆਉਂਦੀ ਹੈ, ਮਨ ਨੂੰ ਮੈਦਾਨ ਕਰਨਾ ਨਹੀਂ ਆਉਂਦਾ। ਤੇਰੇ ਮਨ ਉੱਤੇ ਫੋੜੇ ਨਿਕਲੇ ਹੋਏ ਨੇ, ਤੇਰਾ ਮਨ ਬਿਮਾਰ ਹੈ, ਤੇਰੇ ਮਨ ਉੱਤੇ ਮੈਲ ਲੱਗੀ ਹੋਈ ਹੈ, ਤੇਰੇ ਮਨ ਉੱਤੇ ਸਪੀਡ ਬ੍ਰੇਕਰਸ ਲੱਗੇ ਹੋਏ ਨੇ, ਤੇਰੇ ਮਨ ਉੱਤੇ ਸਿੱਧਾ ਘੋੜਾ ਚੱਲ ਨਹੀਂ ਸਕਦਾ, ਬੰਪੀ ਰੋਡ ਹੈ ਤੇਰੇ ਮਨ ਦੀ। ਇੰਚ ਇਤਨਾ ਹੀ ਨਹੀਂ, ਤੂੰ ਮਨ ਨੂੰ ਇਸ ਤਰ੍ਹਾਂ ਕਰਦੇ ਕਰਦੇ ਪੂਰਾ ਪਹਾੜ ਹੀ ਬਣਾ ਲਿਆ ਮਨ ਉੱਤੇ। ਮਨ ਮੈਦਾਨ ਕਰ। ਫਰੀਦ ਜੀ ਲੋਕਾਂ ਨੂੰ ਨਹੀਂ ਕਹਿ ਰਹੇ, ਸਾਡੇ ਘਰ ਵਾਲੇ ਕਹਿੰਦੇ ਨੇ, ਕੋਈ ਪ੍ਰਚਾਰਕ ਆਏ ਨੌਜਵਾਨਾਂ ਨੂੰ ਸੁਣਾ ਜਾਏ, ਜਿਵੇਂ ਕਿ ਘਰ ਵਾਲੇ ਪੜ੍ਹੇ ਹੋਏ ਨੇ, ਘਰ ਵਾਲਿਆਂ ਨੂੰ ਪੂਰੀ ਅਕਲ ਹੈ, ਜਿਹਦੇ ਨਾਲ ਇਹ ਦਾਜ ਲੈ ਲੈਂਦੇ ਨੇ, ਪੂਰੀ ਅਕਲ ਹੈ ਦਾਜ ਦੇ ਲੈਂਦੇ ਨੇ, ਪੂਰੀ ਅਕਲ ਹੈ ਡੀਜੇ ਬੁਲਾ ਕੇ ਡਾਂਸ ਕਰਾ ਲੈਂਦੇ ਨੇ। ਘਰ ਵਾਲਿਆਂ ਨੂੰ ਪੂਰੀ ਅਕਲ ਹੈ, ਘਰ ਵਾਲੇ ਆਪਣੀ ਜ਼ਾਤ ਛੱਡਦੇ ਨਹੀਂ ਹਨ, ਇਹਨਾਂ ਨੂੰ ਬਹੁਤ ਅਕਲ ਹੈ। ਕੋਈ ਨੌਜਵਾਨਾਂ ਨੂੰ ਸਮਝਾ ਜਾਏ। ਫਰੀਦ ਜੀ ਕਿਸੇ ਨੂੰ ਹੀ ਨਹੀਂ ਸਮਝਾ ਰਹੇ। ਫਰੀਦ ਜੀ ਆਪਣੇ ਆਪ ਨੂੰ ਕਹਿ ਰਹੇ ਨੇ, ਫਰੀਦਾ ਓਏ ਮੇਰੇ ਮਨ, ਆਪਣੇ ਮਨ ਨੂੰ ਪਹਾੜ ਨਾ ਬਣਾ, ਮੈਦਾਨ ਕਰ। ਟੋਏ ਖੱਡੇ ਟਿੱਬੇ ਲਾ, ਇਹ ਲਾ ਦੇ, ਬਰਾਬਰ ਕਰ ਦੇ, ਪੱਧਰਾ ਕਰ ਦੇ। कितनी तो सिंपल गल है। मेरे भाणे पेंडू लोकी अनपढ़ नहीं होंदे, मेरे भाणे पेंडू लोकी भी सियाणे होंदे हन। मेरे भाणे जिसनों दुनिया अनपढ़ कहती है, वो अनपढ़ किसान भी सियाणा होंदा है, क्योंकि जदों वो चावल बीजदा है पर सेबां दी कीमत ਉਹਦੇ ਨਾਲੋਂ ਜ਼ਿਆਦਾ ਹੋਵੇ, ਕੋਈ ਚੋਲੇ ਵਾਲਾ ਆ ਕੇ ਉਹਨੂੰ ਕਵੇ ਤੁਸੀਂ 101 ਅਖੰਡ ਪਾਠ ਰਖਾ ਲਓ, ਤੁਹਾਡੇ ਚਾਵਲਾਂ ਬਦਲੇ ਸੇਬ ਨਿਕਲਣਗੇ। ਉਹ ਜਿਹਨੂੰ ਤੁਸੀਂ ਪੇਂਡੂ ਕਹਿ ਰਹੇ ਹੋ, ਜਿਹਨੂੰ ਤੁਸੀਂ ਅਨਪੜ੍ਹ ਜੱਟ ਕਹਿ ਰਹੇ ਹੋ, ਜਿਹਨੂੰ ਤੁਸੀਂ ਗ੍ਰਾਂ 'ਚ ਰਹਿਣ ਵਾਲੇ ਭੋਲੇ ਭਾਲੇ ਕਹਿ ਰਹੇ ਹੋ, ਉਹ ਇਤਨਾ ਸਿਆਣਾ ਨਿਕਲਿਆ ਕਿ ਉਹ ਕਹਿੰਦਾ ਤੁਸੀਂ ਆਪਣੇ 101 ਅਤੇ 108 ਤੇ ਆਪਣੀ ਮਾਲਾ ਤੇ ਆਪਣਾ ਸਭ ਕੁਝ ਲੈ ਜਾਓ, ਮੈਂ ਚਾਵਲ ਬੀਜੇ ਨੇ, ਚਾਵਲ ਹੀ ਨਿਕਲਣਗੇ। ਸਿਆਣਾ ਹੋਇਆ, ਮੂਰਖ ਤੇ ਨਾ ਹੋਇਆ, ਅਨਪੜ੍ਹ ਤੇ ਨਾ ਹੋਇਆ। ਕਦੇ ਵੀ ਨਹੀਂ ਉਹ ਮੰਨੇਗਾ, ਕੋਈ ਵੀ ਕਿਸਾਨ। ਕੌਣ ਮੰਨੇਗਾ? ਜਿਨ੍ਹਾਂ ਨੂੰ ਅਸੀਂ ਸ਼ਹਿਰੀ ਕਹਿ ਰਹੇ ਹਾਂ, ਜਿਨ੍ਹਾਂ ਨੂੰ ਸਭ ਕੁਝ ਪਤਾ ਹੈ, ਜਿਹੜੇ ਪੜ੍ਹੇ ਹੋਏ ਨੇ, ਗੁੜੇ ਹੋਏ ਨੇ, ਜਿਨ੍ਹਾਂ ਨੂੰ ਧਰਮ ਵੀ ਪਤਾ ਹੈ, ਦੁਨਿਆਵੀ ਪੜ੍ਹਾਈਆਂ ਵੀ ਪਤਾ ਹੈ, ਉਹ ਮੰਨ ਜਾਂਦੇ ਨੇ। ਉਹਨਾਂ ਨੂੰ ਗੁਰੂ ਪਾਤਸ਼ਾਹ ਕਹਿੰਦੇ, ਜੇ ਤੁਸੀਂ ਉਸ ਤਰ੍ਹਾਂ ਦੇ ਮੂਰਖ ਰਸਤੇ ਤੇ ਚੱਲਣ ਵਾਲੀਆਂ ਗੱਲਾਂ ਮੰਨ ਲੈਂਦੇ ਹੋ ਕਿ ਚਾਵਲ ਬੀਜੋ ਤੇ ਸੇਬ ਨਿਕਲ ਆਣਗੇ ਕਿਸੇ ਵੀ ਪਾਖੰਡ ਦੇ ਨਾਲ, ਤਾਂ ਫਿਰ ਤੁਹਾਨੂੰ ਇਹ ਕਹਿਣਾ ਚਾਹੀਦਾ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਹੰਕਾਰ। ਮੈਂ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾ ਹਾਂ, ਇਸ ਕਰਕੇ ਮੈਨੂੰ ਸਮਝਣਾ ਪਏਗਾ। ਮੈਨੂੰ ਕਹਿ ਰਹੇ ਨੇ ਤੂੰ ਕੀ ਪੜ੍ਹ ਗਿਆ ਮਨ, ਤੂੰ ਕਿਆ ਲੇਖਾ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਿਹਾ। ਹੁਣ ਮੈਂ ਕੀ ਲੇਖਾ ਪੜ੍ਹ ਲਿਆ, ਮੈਂ ਕਿਹੜੀ ਪੜ੍ਹਾਈ ਕਰ ਲਈ ਹੈ, ਮੈਨੂੰ ਪੈਂਟ ਕਮੀਜ਼ ਪਾਣੀ ਆਉਂਦੀ ਹੈ।
मैनू टाई लानी आती है, मैनू दुनियावी सारे मैनर्स आते ने, मेरे नां दे उत्ते जात लगी हुई है, मैं बहुत अमीर ज़ादा हाँ, ये सारियां पढ़ाइयां मैनू आ गई। हुण मैनू सीधा टुरना नहीं आता, क्योंकि जिहड़ी मैं मन की जमीन तैयार की है वो मेरी ठीक नहीं है। बंपी रोड है, उच्चा नीवा, कदे टोए च मैं टै पैना वा। मन जानना सब बात जानत ही औगन करे, काहे की कुशलात हाथ दी कुएं पर है, सिर्फ टोया ही नहीं, मैं तो खूह खोदे हुए ने जिन्हां च मैं रोज़ डिगदा रहंदा हाँ। मैं अपने वास्ते नरक दा खूह तैयार करदा रहंदा हाँ, दोजख दा खूह खड्डे तैयार करदा रहंदा हाँ। फिर मैं टुरना नहीं जानता ते अगे पहाड़ आ जाता, उत्थे मेरा मत्था जोर दी बजदा है। क्यों बजदा है? क्योंकि मैं आत्मक तौर ते अन्ना हाँ, इस करके मैं दिन रात खड्डे खोददा रहंदा ते पहाड़ टिब्बे बनांदा रहंदा हाँ। फरीद जी मैनू कह रहे ने, ये तेरे मन दा हंकार है। फरीदा मन मैदान कर, टोए टिब्बे ला। मेरा टोआ की बन गया जिहदे च मैं डिग पिया। मैं क्या, मैं घर दा मालक, मैं सवेरे उठण वाला, ये बच्चे सुत्ते हुए ने नरकां नूं जाणगे, ये जाणगे कि नहीं जाणगे, मैं हुणे अपने खूह च टै पिया। मैनू ये माण, मैनू ये हंकार, जे मैं जागया इहदे च मेरा भला सी। अमृत वेले जाग के बाणी पढ़ के ये मैं अपना भला करना सी। मैं अपने वास्ते एक खड्डा खोद लिया, अपना एक ग्रेव खोद लिया, अपनी एक कबर खोद ली, अपना एक खूह खोद लिया, एक डूंगे पानी दा अपने वास्ते समुंदर ही खोद लिया। मैं जदों मैं क्या, ए सारे सीधे राह नहीं टुरदे ने, दुनिया मूर्ख है, लोगों को कुछ पता नहीं है, मैनू सब कुछ पता है। ओवर कॉन्फिडेंस, जिन्हों सब कुछ पता हो कुछ सीखना नहीं चाहता, फिर भी थैंकलैस होता है। जिन्हों सब कुछ पता होने का भुलेखा होवे, वो दूजियां दी गल सुन के भी कहता है सुनो सब दी करो मन दी, क्योंकि पता जो सब कुछ है। हुण दरअसल सच सुनता नहीं है ना, इस करके सच ना सुनन करके मंदा चितवत पछिया। मंदे ख्याल सोचता है, सच सुनता नहीं है। इसकी लिसनिंग गुरु उपदेश सुनियो ने कानन, ये कन भाव आत्मक कन, ये सुनन का ढंग गड़बड़ हो गया। सुनन का कन गड़बड़ हो गया, लिसनिंग सुनिया खराब हो गई। हुण ए टोए टिब्बे बनाएगा। जिदी सुनिया गड़बड़ हो जाए, ओदी बोली खराब हो जाती है। ਉਹ ਹੁਣ ਕਿਸੇ ਨੂੰ ਚੰਗਾ, ਕਿਸੇ ਨੂੰ ਮੰਦਾ, ਕਿਸੇ ਨੂੰ ਗਾਲਾਂ ਕੱਢਣ ਵਾਲਾ, ਕਿਸੇ ਨੂੰ ਪਿਆਰ ਕਰਨ ਵਾਲਾ, ਕਿਸੇ ਨਾਲ ਤੇਰ, ਕਿਸੇ ਨਾਲ ਮੇਰ, ਕੋਈ ਮੇਰਾ, ਕੋਈ ਦੇਸੀ, ਕੋਈ ਪਰਦੇਸੀ, ਕੋਈ ਮੇਰਾ ਆਪਣਾ, ਕੋਈ ਪਰਾਇਆ। ਇਹ बैरी ते बेगाना वाले टोए टिब्बे बनाएगा, ऐसी बोली बोलेगा। तुम मेरे कुछ नहीं लगते, देखने में भावें तुसी मेरे मजहब दे हो, पर तू मेरा कुछ नहीं लगता, क्योंकि तू मेरे माता पिता दे थ्रू जम्मिया ही नहीं होया, तू मेरा भरा ही नहीं है। हुण तू भावें गरीब हो, हुण तू भावें कोई भी तेनू लोड़ होवे, मैं तेनू जानदा ही नहीं, मैं ते टोए टिब्बे बनाए ने ना, मेरी ते नाल कोई वाकफियत ही नहीं है। मैं तो वाकफियत सिर्फ ब्लड रिलेशन नूं समझी हुई सी। इसी करके असी गुरुद्वारे जदों आने हाँ तो आके साडे ना जिहड़े लोड़वंद भैण भरा हन संगत विच, उन्हां दी असी कोई परवाह नहीं करते। उन्हां नूं माया जे देंगे तो व्याज लवांगे, पर गुरुद्वारे आके संगमरमर लगवा देंगे। ये साडा हाइट ऑफ इग्नोरेंस, अपने समाज दी वल्लों अखां बंद करना, अपने लोड़वंद भैण भरा दे नाल प्यार ना करना, आप अपने करोड़ां दी कार विच बैठना ते किसी दी परवाह भी ना करना।
ਟੋਏ ਟਿੱਬੇ ਦੇ ਕਾਰਨ, ਤੇਰ ਮੇਰ ਦੇ ਕਾਰਨ, ਪਰਾਇਆ ਬੇਗਾਨਾ ਦੇ ਕਾਰਨ। बोली बिगड़ गई, तू मेरा कुछ लगता ही नहीं है। ते मैं पढ़ आना एक पिता एक के अंबारक। जिदी बोली बिगड़ गई उन्हें सच सुनिया नहीं सी, इस करके बोली बिगड़ गई। बोली बिगड़ गई, ओदियां अखां खराब हो गईयां, वो वितकरा करता है, मैदान नहीं रहा, टोए टिब्बे बना रहा है, वितकरा करता है, नफरत करता है, क्रिटिक्स करता है, सच नूं क्रिटिसाइज जरूर करता है पर सच सुनता नहीं है, अपने टोए टिब्बे ठीक नहीं करता। मन मैदान कर, टोए टिब्बे ला। अगे गुरमत का एक बड़ा कीमती सुनिया देंदे ने फरीद जी, अगे मूलना आपसी दोजक संति भा। भा हुंदा है अग। आम तौर पर इस्लाम ही समझा जाता है, जदों दोजख विच जाओ उत्थे अग होएगी, मरण तो बाद दोजख विच। और मत वाले समझते ने हैल, और मत वाले समझते ने नरक, उत्थे अग होएगी। जिस दिन तैनू सतगुर दी मत सुनाई जावे और उस तो बाद तू बदल जावें, तां तेरा बदल के ਕਾਂ ਤੋਂ ਹੰਸ ਬਣ ਜਾਣ ਤੋਂ ਅਗਲਾ ਪਲ ਜਿਹੜਾ ਤੇਰੇ ਜੀਵਨ ਦਾ ਸ਼ੁਰੂ ਹੁੰਦਾ ਹੈ ਨਾ, ਇੱਥੇ ਹੀ ਜੀਂਦੇ ਜੀ, ਉਹਨੂੰ ਗੁਰਬਾਣੀ 'ਚ ਅੱਗੇ ਕਹਿੰਦੇ ਹਨ। ਮਰ ਜਾਣ ਤੋਂ ਬਾਅਦ, ਸਰੀਰਕ ਤੌਰ ਤੇ ਮਰ ਜਾਣ ਤੋਂ ਬਾਅਦ ਗੁਰਬਾਣੀ 'ਚ ਅੱਗੇ ਉਸ ਨੂੰ ਨਹੀਂ ਕਹਿੰਦੇ ਹਨ। ਇਹ ਗੁਰਮਤਿ ਦਾ ਬਹੁਤ ਬਾਰੀਕ ਸਿਧਾਂਤ ਹੈ। ਹੁਣ ਮੈਨੂੰ ਇਹ ਗੱਲ ਪਤਾ ਕਿੱਥੋਂ ਲੱਗੀ, सुखमनी साहिब विच गुरु पातशाह कहते ने, सुखी बसै मस्कीनिया, जे तू गरीबड़े सुभा च रहिंदा, नम्रता च रहिंदा। आम तौर ते लोकी अमीरां नूं अपने माँ प्यो बना लैंदे ने ते चढ़े सूरज नूं सलाम करते ने। इस करके अमीर अमीर रल के अपनी किट्टी रखते हैं। मैं एक किट्टी का नाम सुनिया, साडी किट्टी ब्रांड नेम्स दी, ब्रांड नेम के कपड़े, ब्रांड नेम का पेन, ब्रांड नेम की कार, अते ब्रांड नेम जिहड़ा मशहूर है उस होटल विच मिलांगे, ब्रांड नेम की कपल किट्टी। हुण ब्रांड नेम वाले कहते साडा आम जूझ मूझ जिहड़े होण ना, जिन्हां दी साइकिल भी ना जिन्हां कोल होवे, वो साडी किट्टी च नहीं आ सकते। गरीबड़ा सुभाਅ ही नहीं। अमीर साडे घर आए, चढ़े सूरज नूं सलाम, खाधे ते भी खुआते हाँ, गरीब आए तो असीं इग्नोर करते हैं, जल्दी टले। हुण मनु ये सारा हंकार जिहड़ा है ना, ये बारे मनु कह रहे ने, सुखी बसै मस्कीनिया, वो सुखी रहता है जो गरीबड़े सुभाਅ च रहता है। कोई अमीर दी माँ है, मेरे वास्ते माँ है, कोई गरीब दी माँ है, मेरे वास्ते माँ है, क्योंकि मैं उसनू गरीब नहीं समझ रहा, क्योंकि मैं इसनू अमीर भी नहीं समझ रहा सी। मैं इंसान, तू मेरा भरा है, तेरी माँ मेरी माँ, तेरा पिता मेरा पिता, तू मेरा भरा है। अमीर है कि गरीब मैं ते देख ही नहीं रहा। जदों ये टोए टिब्बे लाने तां सुखी बसै मस्कीनियां सुखी हो गए, मनु देख के वितकरा नहीं करना पै रहा। सुखी बसै मस्कीनिया आप निवार तले, बड़े बड़े हंकारिया नानक गर्भ गले। गर्भ विच हंकार विच गल जाते हैं। किवें गालिया जाता है? लोहे नूं या किसी भी मैटल नूं गालन वास्ते अग पट्ठी विच पाना पैंदा है। मैं बिल्कुल सादा पेंडू लैंग्वेज विच गल करन दा जतन कर रहा, क्योंकि आम कहा जाता है पेंडू लोगों को कहानियां सुनाओ तो समझते हैं। बिल्कुल सिंपल गुरु पातशाह जी की बाणी। सुखी बसै मस्कीनिया आप निवार तले, बड़े बड़े हंकारिया नानक गर्भ गले। ये रब जी विचकार कोई नहीं आए।
ਜਿਹੜਾ ਕਿਹਾ ਜਾਂਦਾ ਨਾ, ਰੱਬ ਨਾ ਜਿਹੜਾ ਹੰਕਾਰ ਕਰੇ ਉਸ ਨੂੰ ਉੱਤੋਂ ਥੱਲੇ ਡੇਗ ਦਿੰਦਾ ਹੈ। ਰੱਬ ਜੀ ਨਹੀਂ ਕੁਝ ਵੀ ਕਹਿ ਰਹੇ ਨੇ, ਆਪਣੇ ਹੰਕਾਰ ਜਗਤ ਜਲਿਆ। ਮੈਂ ਜਦੋਂ ਆਪਣੇ ਹੰਕਾਰ ਵਿੱਚ ਸੜਦਾ ਹਾਂ, ਤੇਰ ਮੇਰ ਕਰਦਾ ਹਾਂ, ਅਮੀਰ ਗਰੀਬ ਕਰਦਾ ਹਾਂ, ਊਚ ਨੀਚ ਕਰਦਾ ਹਾਂ, ਗੋਰਾ ਕਾਲਾ ਕਰਦਾ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਵਿਤਕਰਾ ਕਰਦਾ ਹਾਂ, ਦੇਸੀ ਪਰਦੇਸੀ ਦਾ ਵਿਤਕਰਾ ਕਰਦਾ ਹਾਂ, ਜ਼ਾਤ ਪਾਤ ਦਾ ਊਚ ਨੀਚ ਦਾ ਵਿਤਕਰੇ ਸਾਰੇ ਮੈਂ ਕਰਦਾ ਹਾਂ। ਇਹ ਮੇਰਾ ਹੰਕਾਰ, ਔਰ ਇਸ ਹੰਕਾਰ ਵਿੱਚ ਮੈਂ ਸੜਦਾ ਰਹਿੰਦਾ ਹਾਂ। ਇਸ ਨੂੰ ਗੁਰਮਤਿ ਵਿੱਚ ਦੋਜ਼ਖ ਕਹਿੰਦੇ ਨੇ। ਜਿਤਨੇ ਨਰਕ ਸੋ ਮਨ ਮੁਖ ਭੋਗੈ। ਮਨ ਦੀਆਂ ਜਦੋਂ ਤੂੰ ਗੱਲਾਂ ਸੁਣਦਾ ਹੈ, ਨੀਚ ਘਰ ਚ ਵਸਦੇ ਰੱਬ ਸਤਿਗੁਰ ਦੀਆਂ ਗੱਲਾਂ ਨਹੀਂ ਸੁਣਦਾ, ਤੂੰ ਆਪਣੇ ਹੰਕਾਰ ਵਿੱਚ ਸੜਦਾ ਰਹਿੰਦਾ ਹੈ। ਇਹਨੂੰ ਫਰੀਦ ਜੀ ਕਹਿੰਦੇ ਨੇ, ਅੱਗੇ ਮੂਲਾ ਆਪਸੀ ਦੋਜ਼ਖ ਸੰਧੀ ਭਾ। ਤੈਨੂੰ ਦੋਜ਼ਖ ਦੀ ਨਰਕ ਦੀ ਅੱਗ ਨਹੀਂ ਸਤਾਏਗੀ, ਕਦੋਂ? ਜਦੋਂ ਤੂੰ ਮਨ ਤੋਂ ਟੋਏ ਟਿੱਬੇ ਲਾ ਦੇਵੇਂ। ਮੈਨੂੰ ਮੇਰੀ ਭੈਣ ਤੇ ਜੀਜਾ ਘਰ ਆਣ ਚੰਗੇ ਲੱਗਦੇ ਨੇ, ਪਰ ਮੇਰੀ ਵਾਈਫ ਨੂੰ ਨਨਾਣ ਤੇ ਨਨਾਣਵੀਆ ਚੰਗੇ ਨਹੀਂ ਲੱਗਦੇ ਨੇ। ਪਰ ਮੇਰੀ ਵਾਈਫ ਨੂੰ ਆਪਣੇ ਭੈਣ ਤੇ ਜੀਜਾ ਚੰਗੇ ਲੱਗਦੇ ਨੇ। ਵਿਤਕਰਾ ਹੈ। ਮੈਨੂੰ ਮੇਰਾ ਭਰਾ ਤੇ ਭਰਜਾਈ ਚੰਗੇ ਲੱਗਦੇ ਨੇ, ਪਰ ਮੇਰੀ ਵੋਟੀ ਦੇ ਭਰਾ ਤੇ ਭਰਜਾਈ ਚੰਗੇ ਨਹੀਂ ਲੱਗਦੇ ਨੇ। ਕਿ ਟੋਏ ਟਿੱਬੇ ਨੇ। ਕਿਉਂ? ਕਿਉਂਕਿ ਜਦੋਂ 60 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ, ਜਾਂ 70 ਸਾਲ ਜਾਂ 100 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ, ਉਹਨਾਂ ਨੇ ਮੈਨੂੰ ਠੀਕ ਤਰੀਕੇ ਨਾਲ ਬੁਲਾਇਆ ਨਹੀਂ ਸੀ। ਇਤਨੀ ਜੀ ਗੱਲ ਲੈ ਕੇ ਮੈਂ 100 ਸਾਲ ਤੱਕ ਆਪਣੇ ਸੀਨੇ ਵਿੱਚ ਰੱਖਾਂਗਾ। ਟਿੱਬੇ ਬਣਾਈ ਰੱਖਾਂਗਾ, ਖੂਹ ਬਣਾਈ ਰੱਖਾਂਗਾ, ਖੱਡੇ ਬਣਾਈ ਰੱਖਾਂਗਾ, ਸੜਦਾ ਬਲਦਾ ਆਪਣੇ ਨਰਕ ਵਿੱਚ ਸੜਦਾ 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 ਮਰਨ ਤੋਂ ਬਾਅਦ ਵਾਲਾ ਨਰਕ ਮੈਂ ਇੱਥੇ ਹੀ ਤਿਆਰ ਕਰ ਲਵਾਂਗਾ। ਫਰੀਦ ਜੀ ਕਹਿੰਦੇ ਨੇ, ਮਰਨ ਤੋਂ ਬਾਅਦ ਹੁੰਦਾ ਕਿ ਨਹੀਂ ਹੁੰਦਾ? ਤੂੰ ਜੇ ਹੁਣੇ ਬਣਾ ਲਵੇਂ, ਟੋਏ ਟਿੱਬੇ ਲਾ ਕੇ ਮੈਦਾਨ ਕਰ ਲਵੇਂ, ਤਾਂ ਤੈਨੂੰ ਨਰਕ ਦੋਜ਼ਖ ਨਹੀਂ ਸਤਾਉਂਦਾ। ਅੱਗੇ ਮੂਲ ਨਾ ਆਪਸੀ, ਬਿਲਕੁਲ ਵੀ ਤੈਨੂੰ ਨਰਕ ਦੀ ਅਗਨੀ ਨਹੀਂ ਸਤਾਏਗੀ, ਨਹੀਂ ਸਤਾਉਂਦੀ ਹੈ। ਤੂੰ ਆਪਣੇ ਹੰਕਾਰ ਜਗਤ ਜਲਿਆ ਵਿੱਚ ਨਹੀਂ ਜਲੇਗਾ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਬੜੇ ਆਰਾਮ ਨਾਲ ਕਹਿੰਦੇ ਨੇ, ਸਿੰਪਲ ਨਾਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਜੇ ਮੇਰਾ ਭਰਾ ਮੇਰੇ ਘਰ ਆਵੇ ਤਾਂ ਸਾਡੇ ਵਿਹੜੇ ਚੰਨ ਚੜ ਜਾਂਦਾ ਹੈ, ਪਰ ਜੇ ਮੇਰੀ ਪਤਨੀ ਦਾ ਭਰਾ ਮੇਰੇ ਘਰ ਆਵੇ ਤਾਂ ਮੇਰੇ ਘਰ ਚੰਨ ਗ੍ਰਹਿਣ ਲੱਗ ਜਾਂਦਾ ਹੈ। ਇੱਕ ਹੀ ਹੋ ਜਾਂਦਾ ਹੈ। ਸੂਰਜ ਗ੍ਰਹਿਣ ਲੱਗ ਜਾਂਦਾ ਹੈ, ਇੱਕ ਹੀ ਹੋ ਜਾਂਦਾ ਹੈ। ਹਨੇਰਾ ਛਾ ਜਾਂਦਾ ਹੈ, ਇੱਕ ਹੀ ਹੋ ਜਾਂਦਾ ਹੈ। ਮੈਂ ਦੋਜ਼ਖ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ। ਹੁਣ ਗੁਰੂ ਪਾਤਸ਼ਾਹ ਫਰੀਦ ਜੀ ਦੇ ਇਸੇ ਸ਼ਲੋਕ ਨੂੰ ਜੇਕਰ ਅਸੀਂ ਖੋਲ ਕੇ ਹੋਰ ਸਮਝਣਾ ਚਾਹੀਏ, ਗੁਰੂ ਪਾਤਸ਼ਾਹ ਕਹਿੰਦਾ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਜਿਨ੍ਹਾਂ ਨੂੰ ਆਪਣਾ ਹੰਕਾਰ ਹੈ। ਕਈਆਂ ਨੂੰ ਇਹ ਹੰਕਾਰ ਹੁੰਦਾ, ਮੇਰੇ ਕੋਲ ਪੈਸਾ ਜ਼ਿਆਦਾ ਹੈ, ਮੇਰੀ ਜ਼ਾਤ ਉੱਚੀ ਹੈ, ਮੇਰਾ ਇਹ ਹੈ, ਮੇਰਾ ਉਹ ਹੈ, ਮੇਰੀ ਡਿਗਰੀ ਹੈ, ਮੇਰਾ ਇਹ ਹੈ। ਉਹਨਾਂ ਨੂੰ ਆਪਣੀਆਂ ਇਹਨਾਂ ਗੱਲਾਂ ਤੇ ਮਾਣ ਹੰਕਾਰ ਹੁੰਦਾ ਹੈ। ਮੈਂ ਇੰਜੀਨੀਅਰ ਹਾਂ, ਮੈਂ ਡਾਕਟਰ ਹਾਂ, ਮੈਂ ਵਕੀਲ ਹਾਂ, ਮੈਂ MA PhD ਪੜ੍ਹਿਆ ਹਾਂ। ਕਈਆਂ ਨੂੰ ਆਪਣੀ ਇਸ ਡਿਗਰੀ ਦਾ ਮਾਣ ਹੁੰਦਾ ਹੈ, ਕਈਆਂ ਨੂੰ ਆਪਣੀ ਕਿਸੇ ਹੋਰ ਪ੍ਰਾਪਤੀ ਦਾ ਮਾਣ ਹੁੰਦਾ ਹੈ। ਇਹ ਸਾਰੇ ਮਾਣ ਤੋਂ ਇਲਾਵਾ ਨਾ, ਜਿਹੜੇ ਥੋੜ੍ਹੇ ਹੋਣ ਨਾ, ਜਿਨ੍ਹਾਂ ਕੋਲ ਕੁਛ ਨਾ ਹੋਵੇ, ਉਹਨਾਂ ਨੂੰ ਨਾ ਕੁਛ ਹੋਣ ਦਾ ਹੀ ਮਾਣ ਹੁੰਦਾ ਹੈ। ਉਹਨਾਂ ਨੂੰ ਕਹਿੰਦੇ ਨੇ, ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਖਰ ਖੋਤਾ ਡੰਕੀ, ਫਿਰ ਵੀ ਹੰਕਾਰ ਕਰੀ ਜਾਣਾ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਆਪਣੇ ਕੋਲ ਕੋਈ ਵੀ ਵਡਿਆਈ ਹੋਏ ਉਹਦਾ ਹੰਕਾਰ ਕਰਨਾ। ਹੁਣ ਵਡਿਆਈਆਂ ਚੋਂ ਅੱਗੇ ਗਿਣਦੇ ਨੇ ਧਨ। ਸਾਧ ਸੰਗਤ, ਧਨ ਦਾ ਮਹਿਨਾ ਪੈਸਾ ਹੁੰਦਾ ਹੈ, ਧਨ ਦਾ ਮਹਿਨਾ ਪ੍ਰਾਪਰਟੀ ਹੁੰਦਾ ਹੈ, ਪਰ ਗੁਰਮਤਿ ਚੋਂ ਅਸੀਂ ਧਨ ਨੂੰ ਸਮਝਾਂਗੇ, ਧਨ ਹੁੰਦਾ ਹੈ ਆਪਣੀ ਮੱਤ,
ਚੰਗੇ ਵਾਲੀ ਨਹੀਂ, ਮਨ ਕੀ ਮਤ, ਭੈੜੇ ਵਾਲੀ ਮਤ ਦਾ ਗੁਰਮਤਿ ਚ ਉਹਨੂੰ ਧਨ ਕਹਿੰਦੇ ਨੇ, ਉਹਨੂੰ ਕਾਚਾ ਧਨ ਕਹਿੰਦੇ ਨੇ। ਕਾਚਾ ਧਨ ਸੰਚੈ ਮੂਰਖ ਗਵਾਰ, ਮੰਦੇ ਖਿਆਲਾਂ ਦਾ ਧਨ ਜਿਹੜਾ ਇਕੱਠਾ ਕੀਤਾ ਹੋਇਆ ਉਸ ਨੂੰ ਗੁਰਮਤਿ ਚ ਧਨ ਸਮਝਾ ਰਹੇ ਨੇ। ਪਰ ਜੇ ਚੰਗੇ ਖਿਆਲਾਂ ਦਾ ਧਨ ਇਕੱਠਾ ਕਰ ਲੋ, ਉਹਨੂੰ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਹਮਕਰ ਨਾਮ ਖਜ਼ਾਨਾ ਸਦਾ ਹੈ, ਉਹ ਵੀ ਧਨ ਹੁੰਦਾ ਹੈ। ਉਹ ਸਾਚਾ ਧਨ ਗੁਰਮਤਿ ਪਾਏ ਹੁੰਦਾ ਹੈ, ਸਤਿਗੁਰ ਦੀ ਮੱਤ ਦੇ ਨਾਲ ਉਹ ਸਾਚਾ ਧਨ ਪ੍ਰਾਪਤ ਹੁੰਦਾ ਹੈ। ਪਰ ਮੇਰੇ ਮਨ ਕੀ ਮੱਤ ਦਾ ਧਨ, ਇਹਦਾ ਬੜਾ ਮੈਨੂੰ ਹੰਕਾਰ ਹੈ, ਮੈਨੂੰ ਸਭ ਕੁਝ ਪਤਾ ਹੈ। ਜੋਬਨ, ਜੋਬਨ ਸਾਧ ਸੰਗਤ ਅਰਥਾਂ ਵਿੱਚ ਲਿਖਿਆ ਹੈ ਯੂਥ, ਲੇਕਿਨ ਯੂਥ ਨਹੀਂ। ਦੁਨੀਆ ਦਾ ਕੋਈ ਵੀ ਨੌਜਵਾਨ ਜਦੋਂ ਇਸ ਹੰਕਾਰ ਵਿੱਚ ਹੁੰਦਾ ਮੈਨੂੰ ਸਭ ਕੁਝ ਪਤਾ ਹੈ, ਉਹ ਸੱਚ ਸੁਣਦਾ ਨਹੀਂ ਹੈ। ਔਰ ਮੰਦੇ ਪਾਸੇ ਜਾਣ ਵਾਸਤੇ ਉਹਦੇ ਕੋਲ ਸਰੀਰਕ ਤੌਰ ਤੇ ਪੂਰੀ ਸਮਰੱਥਾ ਹੁੰਦੀ ਹੈ। ਲੇਕਿਨ ਜੇ ਕੋਈ ਬੁੱਢਾ ਹੋਵੇ ਔਰ ਉਹਦੇ ਕੋਲ ਸਮਰੱਥਾ ਨਾ ਵੀ ਹੋਵੇ ਤਾਂ ਵੀ ਉਸ ਨੂੰ ਓਵਰ ਕੌਨਫੀਡੈਂਸ ਹੋਵੇ, ਹੁਣੇ ਮੈਂ ਜਵਾਨ ਹਾਂ, ਇਸ ਓਵਰ ਕੌਨਫੀਡੈਂਸ ਵਿੱਚ ਉਹ ਸੱਚ ਨੂੰ ਨਹੀਂ ਜਦੋਂ ਸੁਣਦਾ, ਉਹਨੂੰ ਮੁੱਧ ਜੋਬਨ ਬਾਲੀ ਕਹਿੰਦੇ ਨੇ। ਮੁੱਧ ਜੋਬਨ ਬਾਲੀ ਮੀਨਸ ਆਪਣੇ ਹੰਕਾਰ ਵਿੱਚ ਤੂੰ ਸੱਚ ਸੁਣਦਾ ਨਹੀਂ ਹੈ, ਇਸ ਨੂੰ ਜੋਬਨ ਕਹਿੰਦੇ ਨੇ। ਧਨ ਜੋਬਨ ਆਗਾਹ, ਆਗਾਹ ਬੇਅੰਤ, ਬਹੁਤ ਸਾਰਾ ਹੰਕਾਰ, ਗਰਭ ਜਿਨਾ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ, ਧਣੀ ਸਿਉ ਮੀਨ ਸੱਚ ਦੇ ਖਜ਼ਾਨੇ ਤੋਂ ਬਿਨਾ ਉਹ ਖਾਲੀ ਆਪਣੇ ਜੀਵਨ ਵਿੱਚ ਵਿਚਰਦੇ ਰਹਿੰਦੇ ਹਨ। ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਉਹ ਇਹ ਸ਼ੋਅ ਕਰਦੇ ਮੈਨੂੰ ਸਭ ਕੁਝ ਪਤਾ ਹੈ। ਇਸ ਕਰਕੇ ਜਦੋਂ ਅਸੀਂ ਗੁਰਦੁਆਰੇ ਜਾਵਾਂਗੇ ਅਸੀਂ ਪ੍ਰਬੰਧ ਕਰਾਂਗੇ, ਸੁਣਾਂਗੇ ਕੁਛ ਨਹੀਂ। ਗੁਰਦੁਆਰੇ ਜਾਵਾਂਗੇ, ਭਾਈ ਸਾਹਿਬ ਜੀ ਨੂੰ, ਸੇਵਾਦਾਰ ਜੀ ਨੂੰ, ਰਾਗੀ ਸਿੰਘ ਜੀ ਨੂੰ, ਕਥਾਕਾਰ ਜੀ ਨੂੰ ਅਸੀਂ ਪੂਰੇ ਆਰਡਰ ਚਾੜਾਂਗੇ, ਜਿਵੇਂ ਤੁਸੀਂ ਇੱਥੇ ਪੇਡ ਐਮਪਲਾਈ ਹੋ, ਮੈਂ ਤੇ ਮਾਲਕ ਹਾਂ, ਮੈਨੂੰ ਸਭ ਕੁਝ ਪਤਾ ਹੈ, ਮੈਂ ਸੁਣਨਾ ਕੁਛ ਨਹੀਂ ਹੈ ਤੁਹਾਡੇ ਕੋਲ। ਹੰਕਾਰ, ਖਾਲੀ ਚੱਲੇ ਧਣੀ ਸਿਉ, ਭਾਂਡਾ ਆਪਣਾ ਖਾਲੀ ਲੈ ਕੇ ਘਰ ਟੁਰ ਜਾਂਦੇ ਨੇ। ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਪਵੇ ਅਤੇ ਟਿੱਬੇ ਦੇ ਉੱਤੇ ਪੈ ਕੇ ਉਹ ਥੱਲੇ ਚਲਾ ਜਾਵੇ, ਇਹਦੇ ਪੱਲੇ ਪਵੇ ਹੀ ਨਾ। ਮਨ ਦੇ ਤੂੰ ਟੋਏ ਟਿੱਬੇ ਬਣਾਏ ਹੋਏ ਨੇ, ਪੱਧਰਾ ਕਰ ਲੈ, ਟਿੱਬੇ ਨਾ ਬਣਾ। ਟਿੱਬਿਆਂ ਤੇ ਬਾਰਿਸ਼ ਪੈਂਦੀ ਹੈ, ਉਹ ਪੱਲੇ ਨਹੀਂ ਪੈਂਦੀ, ਉਹ ਵਗ ਜਾਂਦੀ ਹੈ, ਚਲੀ ਜਾਂਦੀ ਹੈ, ਮੈਦਾਨੀ ਇਲਾਕਿਆਂ ਤੱਕ ਚਲੀ ਜਾਂਦੀ ਹੈ। ਦੇਖਿਆ ਨਾ, ਪਹਾੜੀਆਂ ਤੋਂ ਬਾਰਿਸ਼ ਆ ਕੇ ਮੈਦਾਨੀ ਇਲਾਕਿਆਂ ਵਿੱਚ ਬਾੜ ਆ ਜਾਂਦੀ ਹੈ ਨਾ, ਮੈਦਾਨ 'ਚ ਆ ਜਾਂਦੀ ਹੈ, ਬਾਰਿਸ਼ ਦਾ ਪਾਣੀ ਮੈਦਾਨ ਵਿੱਚ ਆ ਜਾਂਦਾ ਹੈ, ਤੇਰੇ ਅੰਦਰ ਆ ਜਾਵੇ, ਤੂੰ ਆਪਣੇ ਮੈਦਾਨ ਨੂੰ ਠੀਕ ਕਰ ਲੈ। ਹੰਕਾਰ ਦੇ ਟਿੱਬੇ ਨਾ ਬਣਾ, ਇਹ ਗੁਰੂ ਪਾਤਸ਼ਾਹ ਹੁਣ ਸਮਝਾ ਰਹੇ ਨੇ। ਅੱਖਾਂ ਠੀਕ ਕਰ ਲੈ, ਆਪਣੇ ਹੱਥ ਤੇਰੇ ਸੱਚ ਨਾ ਸੁਣਨ ਕਰਕੇ ਵਿਗੜ ਗਏ ਸਨ, ਉਹ ਠੀਕ ਕਰ ਲੈ। ਆਪਣੇ ਪੈਰ ਠੀਕ ਕਰ ਲੈ ਜਿਹੜੇ ਤੈਨੂੰ ਮਾੜੇ ਪਾਸੇ ਲਿਜਾਂਦੇ ਸਨ। ਇਹ ਸਭ ਕੁਝ ਠੀਕ ਹੋ ਗਿਆ ਤਾਂ ਟੋਏ ਟਿੱਬੇ ਠੀਕ ਹੋ ਗਏ। ਹੁਣ ਮੈਨੂੰ ਕਿਸੇ ਨਾਲ ਨਫ਼ਰਤ ਨਹੀਂ, ਹੁਣ ਦੋਏ ਦੋਏ ਲੋਚਨ ਪੇਖਾ, ਉਹ ਹਰ ਬਿਨ ਅਵਰ ਨਾ ਦੇਖਾ। ਸਾਧ ਸੰਗਤ ਟੀਵੀ ਤੇ ਜਦੋਂ ਪ੍ਰੋਗਰਾਮ ਆਉਂਦਾ, ਜ਼ੀ ਚੈਨਲ ਤੇ ਵੀ ਤੁਸੀਂ ਸਵੇਰੇ ਰੋਜ਼ 7:30 ਵਜੇ ਦੇਖਦੇ ਹੋ, ਜ਼ੀ ਪੰਜਾਬੀ ਤੇ, ਅਤੇ ਫਤਿਹ ਚੈਨਲ ਵਾਲਿਆਂ ਨੇ ਵੀ ਦਿਨ ਵਿੱਚ 3 ਵਾਰੀ 9:30 ਤੋਂ ਲੈ ਕੇ ਦੁਪਹਿਰੀ 1:30 ਵਜੇ, ਰਾਤੀ 1:30 ਵਜੇ, ਆ ਜਿਸ ਤਰ੍ਹਾਂ ਵੀ ਉਹਨਾਂ ਦੇ ਟਾਈਮ ਨੇ ਉਹ ਦਿਖਾਉਂਦੇ ਨੇ। ਇੱਕ ਸੰਗਤ 'ਚੋਂ ਮੈਨੂੰ ਕਾਲ ਆਈ ਕੈਨੇਡਾ ਤੋਂ ਕਿ ਮੈਂ ਤੁਹਾਡਾ ਸੈਮੀਨਾਰ ਸੁਣ ਰਿਹਾ ਸੀ। 7 ਸਾਲ ਤੋਂ ਮੇਰੀ ਪਤਨੀ ਦੇ ਨਾਲ ਮੇਰਾ ਡਿਵੋਰਸ ਚੱਲ ਰਿਹਾ ਸੀ ਔਰ ਮੈਂ ਸੈਮੀਨਾਰ ਦੇ ਵਿਚਕਾਰ ਤੁਹਾਡੀ ਗੱਲ ਸੁਣਨ ਤੋਂ ਬਾਅਦ ਆਪਣੀ ਪਤਨੀ ਨੂੰ ਕਾਲ ਲਗਾਈ। ਮੇਰੀ ਪਤਨੀ ਨੇ ਸੋਚਿਆ ਮੈਨੂੰ ਫਿਰ ਡਾਂਟੇਗਾ, ਫਿਰ ਗਾਲਾਂ ਕੱਢੇਗਾ, ਫਿਰ ਬੁਰਾ ਭਲਾ ਕਹੇਗਾ। 7 ਸਾਲ ਬਾਅਦ ਮੇਰੀ ਪਤਨੀ ਨੇ ਫ਼ੋਨ ਮੇਰੀ ਬੇਟੀ ਨੂੰ ਦੇ ਦਿੱਤਾ। ਬੇਟੀ ਨੇ ਸੁਣਿਆ। ਮੈਂ ਬੇਟੀ ਨੂੰ ਕਿਹਾ ਫ਼ੋਨ ਮਾਂ ਨੂੰ ਦੇ ਦੇ ਔਰ ਮਾਂ ਨੂੰ ਕਹਿ ਪਾਪਾ ਮਾफ़ੀ ਮੰਗਦੇ ਹਨ। ਪਾਪਾ ਕਹਿੰਦੇ ਨੇ ਚੱਲ ਘਰ ਆ ਜਾ, ਮੇਰੀ ਗਲਤੀ ਹੈ।
ਮਾਂ ਨੇ ਫੋਨ ਸੁਣਿਆ, ਮਾਂ ਫੋਨ ਸੁਣਨ ਸਾਰ ਕਹਿੰਦੀ ਹੈ ਮੇਰੀ ਵੀ ਕੋਈ ਗਲਤੀ ਹੋਣੀ, ਕਦੋਂ ਆਵਾਂ। ਔਰ ਉਸਨੇ ਸੈਮੀਨਾਰ ਵਿੱਚ ਹੀ ਆ ਕੇ ਸਾਨੂੰ ਦੱਸਿਆ ਵੀਰ ਜੀ ਸਤਿਗੁਰ ਦੀ ਗੱਲ ਸੁਣ ਕੇ ਮੈਂ ਟੋਏ ਟਿੱਬੇ ਲਾਏ, ਨਫ਼ਰਤ ਹਟਾਈ ਤੇ ਮੇਰੀ ਪਤਨੀ ਜਿਹੜੀ ਟੋਰਾਂਟੋ ਤੋਂ ਕਿਸੇ ਹੋਰ ਸ਼ਹਿਰ ਚਲੀ ਗਈ ਸੀ ਬੱਚਾ ਲੈ ਕੇ, ਉਹ ਵਾਪਸ ਆਉਣ ਵਾਸਤੇ ਕਹਿੰਦੀ ਪਈ ਹੈ। ਇੰਡੀਆ ਦੀ ਇੱਕ ਭੈਣ ਦਾ ਫੋਨ ਆਇਆ, ਵੀਰ ਜੀ ਮੈਂ ਆਪਣੀ ਨਨਾਣ ਨਾਲ ਬਹੁਤ ਨਫ਼ਰਤ ਕਰਦੀ ਸੀ, ਉਸ ਦਾ ਵਿਆਹ ਨਹੀਂ ਸੀ ਹੋਇਆ, ਪਰ ਫਿਰ ਵੀ ਮੈਂ ਲੜਾਈ ਕਰਕੇ ਆਪਣੇ ਘਰੋਂ ਆਪਣੀ ਸੱਸ ਔਰ ਆਪਣੇ ਪਤੀ ਨੂੰ ਮਨਾ ਕੇ ਉਹਨੂੰ ਘਰੋਂ ਕਿੱਕ ਆਊਟ ਕਰਾ ਦਿੱਤਾ ਸੀ। ਉਹਦੇ ਲਫ਼ਜ਼ ਸੀ, ਮੈਂ ਉਸ ਨੂੰ ਘਰੋਂ ਕਿੱਕ ਆਊਟ ਕਰਾਇਆ ਸੀ। ਤੁਹਾਡਾ ਪ੍ਰੋਗਰਾਮ ਸੁਣਨ ਤੋਂ ਬਾਅਦ ਸਾਧ ਸੰਗਤ, ਪ੍ਰੋਗਰਾਮ ਕੋਈ ਵੀਰ ਭੁਪਿੰਦਰ ਸਿੰਘ ਦਾ ਨਹੀਂ ਸੁਣਦਾ, ਪ੍ਰੋਗਰਾਮ ਵਿੱਚ ਸਤਿਗੁਰ ਦੀ ਮੱਤ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ, ਉਹਦਾ ਜਦੋਂ ਤੀਰ ਵੱਜਦਾ ਹੈ, ਜਿਹਦੇ ਅੰਦਰ ਵੱਜ ਜਾਏ ਉਹ ਸੁਣਦਾ ਹੈ। ਸੁਣਨ ਦੇ ਕਾਰਨ ਤੀਰ ਹਿਰਦੇ ਵਿੱਚ ਜਾ ਕੇ ਵੱਜਦਾ ਹੈ, ਔਰ ਜਿਹਦੇ ਵੱਜ ਜਾਂਦਾ ਹੈ ਉਹਦੀ ਬਲੀਡਿੰਗ ਸ਼ੁਰੂ ਹੋਣੀ ਹੋ ਜਾਂਦੀ ਹੈ, ਔਰ ਜੋ ਹੀ ਬਲੀਡਿੰਗ ਹੁੰਦੀ ਹੈ ਉਹ ਗੰਦਾ ਖੂਨ ਜਿਹੜਾ ਹੰਕਾਰ ਵਾਲਾ ਸੀ ਉਹ ਨਿਕਲ ਜਾਂਦਾ ਹੈ। ਔਰ ਨਿਕਲਣ ਸਾਰ ਉਹ ਸਤਿਗੁਰ ਦੀ ਮੱਤ ਲੈ ਕੇ ਉਸਨੇ ਆਪਣੀ ਨਨਾਣ ਨੂੰ ਕਾਲ ਕੀਤੀ ਔਰ ਨਨਾਣ ਘਰ ਆ ਗਈ। ਆਈ ਥਿੰਕ ਦਿਸ ਇਜ਼ ਕਾਲਡ ਰੱਖੜੀ। ਇਹਨੂੰ ਰੱਖੜੀ ਕਹਿੰਦੇ ਨੇ। ਇੱਕ ਭਰਜਾਈ ਨੇ ਨਨਾਣ ਦੇ ਦਿਲ ਉੱਤੇ ਰੱਖੜੀ ਬੰਨ੍ਹੀ, ਨਨਾਣ ਘਰ ਆ ਗਈ। ਐਸੀ ਰੱਖੜੀ ਕਦੋਂ ਸਿੱਖਾਂਗੇ? ਹੱਥ ਪੈਰ ਅੱਖਾਂ ਬੋਲੀ ਸਭ ਕੁਝ ਸੁਣਿਆ ਦੇ ਕਾਰਨ ਠੀਕ ਹੋ ਜਾਂਦੀ ਹੈ। ਮੈਦਾਨ ਕਰਨ ਦੀ ਜਾਚ ਆ ਜਾਂਦੀ ਹੈ। ਕਰਨਾ ਨਹੀਂ ਪੈਂਦਾ, ਮਨ ਮੈਦਾਨ ਹੀ ਹੋ ਜਾਂਦਾ ਹੈ। ਸਤਿਗੁਰ ਪਾਤਸ਼ਾਹ ਐਸਾ ਬੁਲਡੋਜ਼ਰ ਫੇਰਦੇ ਨੇ ਕਿ ਬਰਾਬਰ ਕਰ ਦਿੰਦੇ ਨੇ ਮੇਰੇ ਮਨ ਨੂੰ। ਟੋਏ ਟਿੱਬੇ ਬਿਲਕੁਲ ਬਰਾਬਰ ਕਰ ਦਿੱਤੇ ਗਏ। ਮੈਂ ਆਪਣੇ ਮਨ ਨੂੰ ਬਚਾਉਂਦਾ ਹੀ ਰਹਿ ਗਿਆ, ਆਪਣੇ ਅਵਗੁਣਾਂ ਨੂੰ ਹੀ ਬਚਾਉਂਦਾ ਰਹਿ ਗਿਆ ਕਿ ਮੈਂ ਇਹਨਾਂ ਨੂੰ ਪਾਲਣਾ ਹੈ। ਮੈਂ ਆਪਣੀ ਖੇਤੀ ਦੇ ਅੰਦਰ ਕੰਡੇ ਉਗਾਣੇ ਹਨ, ਖਰ ਪਤਵਾਰ ਉਗ ਆਉਂਦੇ ਨੇ, ਨਹੀਂ ਮੈਂ ਉਗਾਣੇ ਹਨ। ਬੰਦਿਆਂ ਨਾਲ ਨਫ਼ਰਤ ਮੈਂ ਕਰਨੀ ਹੈ। ਅਮਰੀਕਾ ਦੀ ਇੱਕ ਸੇਇੰਗ ਹੈ, ਜਦੋਂ ਤੁਸੀਂ ਬਕਟ ਦੇ ਬਾਲਟੀ ਹੈ, ਬਾਲਟੀ 'ਚ ਤੁਸੀਂ ਪਾਣੀ ਭਰਿਆ ਹੋਇਆ ਹੈ, ਪਾਣੀ ਦੇ ਅੰਦਰ ਤੁਸੀਂ ਨਿੱਕੇ ਬੱਚੇ ਨੂੰ ਨਵਾ ਰਹੇ ਹੋ, ਤਾਂ ਕੋਈ ਕਵੇ ਬਾਲਟੀ ਦਾ ਸਾਰਾ ਹੈ ਟੱਬ ਦਾ ਪਾਣੀ ਸੁੱਟ ਦੇ, ਜਿਹੜਾ ਮੂਰਖ ਹੋਏਗਾ ਨਾ ਉਹ ਬੱਚੇ ਸਮੇਤ ਹੀ ਸੁੱਟ ਦੇਗਾ। ਫਿਰ ਉੱਤੇ ਲਿਖਿਆ ਹੈ ਡੋਂਟ ਥਰੋ ਦ ਚਾਈਲਡ। ਬੱਚਾ ਵੀ ਬਾਲਟੀ ਨਾਲ ਨਾ ਸੁੱਟ ਦੇ। ਅੱਛਾ, ਮੈਨੂੰ ਗੰਦੇ ਪਾਣੀ ਗੰਦੇ ਖਿਆਲਾਂ ਵਾਲਾ ਕੋਈ ਮਨੁੱਖ ਫਰਜ਼ ਕਰੋ ਪਸੰਦ ਨਹੀਂ, ਭਾਵੇਂ ਉਹ ਗੰਦਾ ਵੀ ਨਹੀਂ, ਪਰ ਮੈਂ ਕੀ ਕਰਦਾ, ਬਾਲਟੀ ਸਮੇਤ ਉਹਦਾ ਪਾਣੀ ਅਤੇ ਉਹ ਮਨੁੱਖ ਨੂੰ ਹੀ ਸੁੱਟ ਦਿੰਦਾ। ਮੈਂ ਕਹਿੰਦਾ ਸਾਰੀ ਉਮਰ ਤੈਨੂੰ ਮੂੰਹ ਹੀ ਨਹੀਂ ਲਾਣਾ, ਇਹਨੂੰ ਬਾਲਟੀ 'ਚੋਂ ਸੁੱਟਣਾ ਹੀ ਕਹਿੰਦੇ ਨੇ। ਅਸੀਂ ਬੱਚੇ ਨਹੀਂ, ਵੱਡਿਆਂ ਨੂੰ ਵੀ ਆਪਣੀ ਬਾਲਟੀ 'ਚੋਂ ਸੁੱਟ ਦਿੰਦੇ ਹਾਂ। ਟੋਏ ਜੋ ਟਿੱਬੇ ਲਾਏ ਹੋਏ ਨੇ, ਲਗਾਏ ਹੋਏ ਨੇ, ਉਹ ਕਰ ਰਹੇ ਨੇ ਲਾ ਉਤਾਰ। ਟੋਏ ਟਿੱਬੇ ਛੱਡ ਦੇ, ਬੈਰੀ ਬਿਗਾਨਾ ਛੱਡ ਦੇ, ਨਫ਼ਰਤਾਂ ਛੱਡ ਦੇ, ਮੰਦੇ ਖਿਆਲ ਛੱਡ ਦੇ, ਇਹ ਸ਼ੱਕ ਸ਼ੁਬਾ ਛੱਡ ਦੇ, ਈਰਖਾ ਵਿਤਕਰੇ ਛੱਡ ਦੇ, ਨਫ਼ਰਤ ਕ੍ਰੋਧ ਛੱਡ ਦੇ। ਇਹ ਟੋਏ ਟਿੱਬੇ ਨੇ, ਤੇਰੇ ਮਨ ਦਾ ਹੰਕਾਰ ਹੈ, ਇਹਦੇ ਨਾਲ ਤੂੰ ਆਪਣੇ ਨਰਕ ਵਿੱਚ ਸੜਦਾ ਰਹਿੰਦਾ ਹੈ। ਨਹੀਂ ਸੜੇਗਾ, ਸੁਖੀ ਹੋ ਜਾਏਗਾ। ਸੁਖੀ ਹੋਣਾ ਹੈ, ਮਨ ਮੈਦਾਨ ਕਰ, ਆਪਣਾ ਗਰਾਊਂਡ ਠੀਕ ਕਰ, ਆਪਣੇ ਉੱਚੇ ਨੀਵੇਂ। ਪਰ ਤੂੰ ਕੀ ਕਰਦਾ ਹੈ? ਤੂੰ ਅੰਨਾ ਹੈ ਤੇ ਆਪਣੇ ਵਾਸਤੇ ਪਹਾੜੀ ਰਸਤਾ ਊਚ ਨੀਚ ਦਾ ਬਣਾਇਆ ਹੋਇਆ ਹੈ। ਉਹਨੂੰ ਕਹਿੰਦੇ ਨੇ ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਡੂਗਰ ਵਾਟ ਕੀ ਹੁੰਦਾ? ਪਹਾੜੀ ਰਸਤਾ।
ਹੁਣ ਇੱਕ ਬੰਦਾ ਹੋਵੇ, ਉਹਨੇ ਭਾਰ ਵੀ ਚੁੱਕਿਆ ਹੋਵੇ ਔਰ ਪਹਾੜੀ ਰਸਤਾ ਹੋਵੇ ਅਤੇ ਉਹ ਮਨੁੱਖ ਅੰਨਾ ਹੋਵੇ, अंधा, सिर पे भार और आगे रास्ता पहाड़ी, कहीं पर खड्डा है, कहीं पर खाई है और कहीं पर ऐसे पहाड़ है, चलना भी नहीं आता, सिर के ऊपर भार भी है और दिखाई भी नहीं देता। अगले भार उठाया, केड़ा भार? लोक अवगुणा की बन्ने गंठड़ी, गुण ना विहाजै कोई। अवगुण, मेरा ये अवगुण है कि मैं नफरत करदा हाँ, मेरा अवगुण है कि मैं भैड़े बोल गालां कड्डदा हाँ, मेरा ये अवगुण है कि मैं नफरत, ईर्खा, तेर मेर करदा हाँ। मेरे को लफज नहीं जुट रहे ने कि मैं जेड़े होर खड्डियां दे बारे लफज वरतां। बार बार ईर्खा, तेर मेर, नफरत, चुगली, किसी दी कीती ना जानना, ये सारे खड्डे मैं बना के सिर उत्ते पोटली चुक ली है, पहाड़ बना लेने और मैं अन्ना होके इस भार नूं चुक के चल रहा। कहंदे ने जे गुण होण तां कट्टियन, ए भार लथ सकदा है, पर जे सतगुर दी मत लै लईए, सतगुर दी मत लैके मैदान कर सकदे हाँ। एक बंदे बारे मैं पढ़िया, उन्होंने किसी ने दसिया तुहाडी उम्र हुणे मसां 30-35 साल है, तुहानूं कैंसर हो गया, तुसी विद इन 2 मंथ्स मर जाओगे। वो बंदा घबरा गया, घबरान सार उन्हें पता की कीता, मर ते जाना ही है यार, चलो जिन्हां नाल मेरी लड़ाई है ना, उन्होंने मैं जाके कहता यार मैनू माफ़ कर दिया, मैं तुहानूं माफ़ किया। मैं उन्होंने जाके जफ्फी पावां, उन्हें अपने सारे उन्होंने लोगों को कॉल करनी शुरू कर दी और कॉल कर करके सबनों माफ़ कर दिता, यार मैं तो 2 महीने बाद मार ही जाना है, जे मैं ना मरदा तो मैं तुहाडे नाल नफरत पाल के रखनी सी, मैं अपने इस नरक च रहना सी, मैनू मेरा नरक दे कंडे सूलां चुभदियां रहन, वो मैनू बहुत पसंद सी, पर हुण वो पसंद वाला जीवन तो मेरा 2 महीने बाद खत्म ही हो जाना है। मैं सोचा चलो तुहाडे नाल ही मुका चलना। और साथ संगत मैं सुनिया कि उसकी 2 महीने बाद कैंसर नाल डेथ हुई, वो कम अज़ कम उस तो बाद 40-50 साल जी गया। ਇਹਦਾ मतलब ਅਸੀਂ ਆਪਣੇ ਵਾਸਤੇ ਜਿਹੜਾ ਨਰਕ ਤਿਆਰ ਕਰਦੇ ਹਾਂ ਉਹ ਆਪਣੇ ਅਵਗੁਣਾਂ ਦਾ ਖੂਹ ਤੇ ਪਹਾੜੀਆਂ ਬਚਾਈ ਰੱਖਦੇ ਹਾਂ ਤਾਂ ਸਾਡੇ ਨਾਲ ਇੰਝ ਵਾਪਰਦਾ ਹੈ। ਡੂਗਰ ਵਾਟ ਨੂੰ, ਪਹਾੜੀ ਊਚ ਨੀਚ ਰਸਤੇ ਨੂੰ ਅੰਨੇ ਨਾਲ ਨਹੀਂ ਪਾਰ ਕਰ ਸਕਦੇ ਹਾਂ। ਸਤਿਗੁਰ ਦੀਆਂ ਅੱਖਾਂ ਲੈ ਕੇ ਹਰ ਜਨ ਦੇਖਾ, ਸਤਿਗੁਰ ਨੈਣੀ ਲੈ ਕੇ ਦੋਏ ਦੋਏ ਲੋਚਨ ਦੇਖਾ, ਉਹ ਹਰ ਵੀ ਨਵਰ ਨਾ ਦੇਖਾ ਵਾਲੀ ਅੱਖਾਂ ਜਦੋਂ ਪ੍ਰਾਪਤ ਕਰ ਲੈਂਦੇ ਹਾਂ ਫਿਰ ਹਰ ਮੁਸ਼ਕਿਲ ਰਸਤੇ ਚੋਂ ਲੰਘਣਾ ਆ ਜਾਂਦਾ ਹੈ। ਉਹਨੂੰ ਕਹਿੰਦੇ ਨੇ ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ, ਉਹਨੂੰ ਕਹਿੰਦੇ ਨੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਉਹਨੂੰ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਅੰਧਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ। ਸਾਧ ਸੰਗਤ ਇਹ ਜੀਵਨ ਜਾਤ ਸਮਝ ਆ ਜਾਂਦੀ ਹੈ ਔਰ ਇਹਦੇ ਨਾਲ ਸਾਨੂੰ ਫਰੀਦ ਜੀ ਨੇ ਅੱਜ ਟੁੰਬਿਆ ਹੈ, ਸਾਨੂੰ ਜਗਾਇਆ ਹੈ, ਸਾਨੂੰ ਕਿਹਾ ਹੈ ਕਿ ਤੂੰ ਜੀਵਨ ਜਾਤ ਸਿੱਖ ਤਾਂ ਕਿ ਨਰਕ ਦੀ ਅਗਨੀ 'ਚ ਨਾ ਰਵੇ।